ਵਾਹਿਗੁਰੂ 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 ਵਾਹਿਗੁਰੂ। ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਬੇਸਮਾਰ ਅਥਾਹ ਅਗੰਤ ਅਤੁਲੈ ਜਿਉ ਬੁਲਾਵ ਹੋ ਤਿਉ ਨਾਨਕ ਦਾਸ ਬੋਲੇ। ਪਰਮ ਸਤਿਕਾਰਯੋਗ ਚਵਰ ਤਖਤ ਛਤਰ ਦੇ ਮਾਲਿਕ ਵਾਲਿਆ ਕੁਲ ਆਲਮ ਪੈਗੰਬਰ ਕਾਇਨਾਤ ਸ੍ਰਿਸ਼ਟੀ ਏ ਰਹਿਬਰ ਜੁਗ ਹੋ ਜੁਗ ਅਟਲ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਹਜੂਰ ਚਰਨਾ ਕਮਲਾ ਪਾਸ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਓ ਬੜੇ ਪਿਆਰ ਦੇ ਨਾਲ ਇੱਕ ਦਫਾ ਫਿਰ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰੂ ਜੀ ਦੇ ਹਜੂਰ ਲਗਵਾਈਏ ਹਾਜ਼ਰੀਆਂ। ਅਦਬ ਸਹਿਤ ਦੋਵੇਂ ਹੱਥ ਜੋੜ ਪਾਤਸ਼ਾਹ ਜੀ ਨੂੰ ਸੀਸ ਨਿਵਾਉਂਦੇ ਹੋਏ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਓਡੀਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿੱਲੀ ਵਿਖੇ ਪਹੁੰਚੇ ਹੋਏ ਨੇ। ਸੱਚੇ ਪਾਤਸ਼ਾਹ ਜੀ ਦੀ ਮਹਾਨਤਾ, ਦਇਆਲਤਾ, ਸੂਰਬੀਰਤਾ, ਨਿਮਰਤਾ, ਇਹਨਾਂ ਸਾਰੇ ਗੁਣਾਂ ਨੂੰ ਵੇਖ ਕਰਕੇ ਜਹਾਂਗੀਰ ਮੋਹਿਤ ਹੋ ਗਿਆ ਪਾਤਸ਼ਾਹ ਜੀ ਦੀ ਵਡਿਆਈ ਦਾ। ਦੁਸ਼ਟ ਚੰਦੂ ਵਰਗਿਆਂ ਨੇ ਦੇਖਿਆ ਵੀ ਅਸੀਂ ਤੇ ਸੋਚਿਆ ਸੀ ਵੀ ਬਾਦਸ਼ਾਹ ਨੂੰ ਜਹਾਂਗੀਰ ਨੂੰ ਗੁਰੂ ਸਾਹਿਬ ਜੀ ਦੇ ਖਿਲਾਫ ਕਰ ਦੇਵਾਂਗੇ। ਇਹ ਤੇ ਮਹਾਰਾਜ ਜੀ ਦੇ ਨਾਲ ਸੱਜਣਤਾ ਹੀ ਪਾ ਕੇ ਬਹਿ ਗਿਆ। ਕਹਿੰਦੇ ਨੇ ਘਬਰਾਏ ਹੋਏ ਚੰਦੂ ਨੇ ਨਜੂਮੀਏ ਦੇ ਨਾਲ ਗੱਲਬਾਤ ਕੀਤੀ ਹੈ, ਜਿਹਦੇ ਨਜੂਮੀਏ ਤੋਂ ਜਹਾਂਗੀਰ ਸਲਾਹ ਮਸ਼ਵਰਾ ਲੈਂਦਾ ਰਹਿੰਦਾ ਸੀ। ਸੋ ਇਸ ਪ੍ਰਕਾਰ ਉਹਨਾਂ ਸਮਿਆਂ ਦਾ 500 ਰੁਪਇਆ ਰਿਸ਼ਵਤ ਦੇ ਰੂਪ ਵਿੱਚ, ਜੋ ਉਸ ਸਮੇਂ ਦੇ ਹਿਸਾਬ ਨਾਲ ਬੜੀ ਵੱਡੀ ਰਕਮ ਸੀ, ਚੰਦੂ ਨੇ ਉਸ ਨਜੂਮੀਏ ਨੂੰ ਦਿੱਤਾ ਔਰ ਇੱਥੋਂ ਤੱਕ ਵੀ ਕਿਹਾ 5000 ਹੋਰ ਦੇਵਾਂਗਾ। ਬਾਦਸ਼ਾਹ ਨੂੰ ਭਰਮਾਉਣਾ ਹੈ, ਜਿਵੇਂ ਵੀ ਹੋਵੇ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਤਮ ਕਰਨਾ ਚਾਹੁੰਦਾ ਹਾਂ। ਸਾਰਾ ਗਾਂਡਾ ਤੋਪਾ ਕਰ ਲਿਆ ਗਿਆ ਵੀ ਬਾਦਸ਼ਾਹ ਨੂੰ ਦੱਸਿਆ ਜਾਵੇ ਉਹਦੇ ਤੇ ਸਾੜ ਸਤੀ ਹੈ, ਕੋਈ ਸੋਢੀ ਕੁਲ ਦਾ ਖੱਤਰੀ ਹੋਵੇ, ਚਲੀਸਾ ਕੱਟੇ, ਕੋਈ 40 ਦਿਨ ਅੱਲਾਹੂ ਅੱਲਾਹੂ ਦੀ ਤਸਬੀਹ ਫੇਰੇ, ਇਬਾਦਤ ਕਰੇ ਤੇ ਬਾਦਸ਼ਾਹ ਦਾ ਬਚਾਅ ਹੋਵੇਗਾ, ਵਰਨਾ ਨਹੀਂ। ਇਹ ਨਜੂਮੀਆ ਬਾਦਸ਼ਾਹ ਨੂੰ ਮਿਲਿਆ ਹੈ। ਐਸਾ ਭਰਮ ਜਾਲ ਬਣਾਇਆ ਗਿਆ ਕਿ ਬਾਦਸ਼ਾਹ ਉਸ ਜਾਲ ਵਿੱਚ ਫਸ ਗਿਆ। ਇਹਨਾਂ ਕਿਹਾ ਜੇ ਇਹ ਸਾੜ ਸਤੀ ਨਾ ਟਾਲੀ ਗਈ ਤੇ ਬਾਦਸ਼ਾਹ ਦਾ ਅੰਤ ਨੇੜੇ ਹੈ। ਘਬਰਾਇਆ ਹੋਇਆ ਬਾਦਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਪਹੁੰਚਿਆ ਹੈ। ਉਹਦੇ ਚਿਹਰੇ ਤੋਂ ਸਤਿਗੁਰੂ ਮਹਾਰਾਜ ਜੀ ਸਮਝ ਗਏ ਵੀ ਇਹ ਕਿਸੇ ਗੱਲੋਂ ਘਬਰਾਇਆ ਹੈ। ਹਾਲਾਂਕਿ ਮਹਾਰਾਜ ਤੇ ਜਾਨੀ ਜਾਨ ਸਨ,
ਆਪਣੀ ਘਬਰਾਹਟ ਦਾ ਕਾਰਨ ਬਾਦਸ਼ਾਹ ਨੇ ਸਾੜ ਸਤੀ ਦੱਸਿਆ ਤੇ ਬੇਨਤੀ ਕੀਤੀ, ਸਤਿਗੁਰੂ ਜੀ ਹੁਣ ਤੇ ਤੁਹਾਡੇ ਹੱਥ ਵਿੱਚ ਹੀ ਮੇਰਾ ਭਲਾ ਹੈ। ਤੁਸੀਂ ਮੇਰੇ ਲਈ ਜੇ ਗਵਾਲੀਅਰ ਦੇ ਕਿਲੇ ਵਿੱਚ ਇਕਾਂਤ ਵਿੱਚ ਬਹਿ ਕੇ ਚਾਲੀਸਾ ਕੱਟੋ, ਫਿਰ ਮੇਰਾ ਬਚਾਅ ਹੋ ਸਕਦਾ ਹੈ। ਸੋ ਇਸ ਪ੍ਰਕਾਰ ਆਪਾਂ ਨੇ ਇਤਿਹਾਸ ਪਿਛਲੇ ਸਾਂਝਾ ਕੀਤਾ ਹੈ। ਆਓ ਜਿਵੇਂ ਪਾਤਸ਼ਾਹ ਦੇ ਨਾਲ, ਸੱਚੇ ਪਾਤਸ਼ਾਹ ਜੀ ਦੇ ਨਾਲ ਬਾਦਸ਼ਾਹ ਵਾਰਤਾਲਾਪ ਕਰਦਾ ਹੈ, ਬੜੇ ਪਿਆਰ ਦੇ ਨਾਲ ਸਰਵਨ ਕਰੋ ਜੀ। ਇੱਕ ਦਫਾ ਪ੍ਰੇਮ ਸਹਿਤ ਉਚਾਰਨ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਾੜ ਸਤੀ ਮੋਰੇ ਪਰ ਆਏ, ਅਪਰ ਨਹੀਂ ਕੁਛ ਹੋਤ ਉਪਾਏ। ਗੁਰੂ ਸਾਹਿਬ ਜੀ ਨੂੰ ਮਿਲ ਕੇ ਬਾਦਸ਼ਾਹ ਕਹਿਣ ਲੱਗਾ, ਪਾਤਸ਼ਾਹ ਮੇਰੇ ਉੱਤੇ ਸਾੜ ਸਤੀ ਆਈ ਹੈ, ਹੋਰ ਕੋਈ ਉਪਾਅ ਨਹੀਂ ਹੋ ਸਕਦਾ ਜੀ। ਏਕ ਜਤਨ ਸੋ ਹਾਥ ਤੁਮਾਰੇ, ਜਿਸ ਤੇ ਉਪਜਹਿ ਖੈਰ ਹਮਾਰੇ। ਹੁਣ ਤੇ ਇੱਕੋ ਹੀ ਤਰੀਕੇ ਨਾਲ ਮੇਰੀ ਖੈਰ ਹੈ, ਇਹ ਉਪਾਅ ਤੁਹਾਡੇ ਹੱਥ ਵਿੱਚ ਹੈ। ਹੁਣ ਤੇ ਤੁਸੀਂ ਜੇ ਮਿਹਰ ਕਰ ਦਿਓ ਜੀ। ਦੁਰਗ ਗਵਾਲੀਅਰ ਮਹਿ ਤਿਰ ਹਵੈ ਕੈ, ਸਿਮਰੋ ਅੱਲਾਹ ਮਾਲ ਕਰ ਲੈ ਕੈ। ਹੱਥ ਵਿੱਚ ਮਾਲਾ ਫੜ ਕੇ ਸਤਿਗੁਰੂ ਮੇਰੀ ਖੈਰ ਵਾਸਤੇ ਜੇ ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਬੰਦਗੀ ਕਰੋ ਜੀ। ਏਕ ਚਾਲੀਸਾ ਜੇ ਤੁਮ ਕਰੋ, ਸਾੜ ਸਤੀ ਕੋ ਬਲ ਪਰ ਹਰੋ। ਇੱਕ ਚਾਲੀਸਾ ਕੱਟ ਦੇਵੋ, ਫਿਰ ਮੇਰਾ ਬਚਾਅ ਹੋ ਸਕਦਾ ਹੈ। ਖੈਰ ਹੋਏ ਸਭ ਰੀਤ ਹਮਾਰੇ, ਹੋਏ ਬਰਨੀ ਜਬ ਏਵ ਤੁਮਾਰੇ। ਸਭ ਰੀਤੀਆਂ ਦੇ ਨਾਲ ਸਭ ਖੈਰ ਹੀ ਹੋਵੇਗੀ ਜੇਕਰ ਆਪ ਜੀ ਇਸ ਤਰ੍ਹਾਂ ਮੇਰੇ ਭਲੇ ਦੇ ਲਈ ਜਾਪ ਕਰੋਗੇ ਜੀ। ਸ਼੍ਰੀ ਸਤਿਗੁਰ ਸੁਨ ਸਭ ਲਖ ਪਾਈ, ਜਥਾ ਦੁਸ਼ਟ ਮਿਲ ਕੀਨ ਖੁਟਾਈ। ਤੇ ਸਾਰੀ ਗੱਲ ਸੁਣ ਕੇ ਬਾਦਸ਼ਾਹ ਦੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਾਨੀ ਜਾਨ ਨੇ ਉਹ ਸਮਝ ਗਏ ਕਿ ਇਹ ਸਾਰਾ ਕੁਝ ਉਹਨਾਂ ਦੁਸ਼ਟਾਂ ਨੇ ਮਿਲ ਕੇ ਖੋਟੀ ਚਾਲ ਚੱਲੀ ਹੈ। ਅਬ ਜੇ ਕਰਹਿ ਹਟਾਵਨ ਸ਼ਾਹੋ, ਮਲਨ ਹੋਏ ਸੰਸੈ ਮਨ ਮਾਹੋ। ਤੇ ਹੁਣ ਬਾਦਸ਼ਾਹ ਜਿੰਨੀ ਆਸ ਦੇ ਨਾਲ ਬੇਨਤੀ ਰੂਪ ਵਿੱਚ ਸਤਿਗੁਰੂ ਜੀ ਦੇ ਪਾਸ ਆਇਆ ਹੈ, ਮਹਾਰਾਜ ਜੀਆਂ ਨੇ, ਕਵੀ ਜੀ ਕਹਿੰਦੇ ਨੇ, ਉਹਨਾਂ ਨੇ ਵੀ ਚਾਹਿਆ ਹੈ ਕਿ ਹੁਣ ਬਾਦਸ਼ਾਹ ਨੂੰ ਅਸੀਂ ਇਨਕਾਰ ਨਹੀਂ ਕਰਾਂਗੇ। ਕਿਸੇ ਵੀ ਤਰ੍ਹਾਂ ਅਸੀਂ ਬਾਦਸ਼ਾਹ ਨੂੰ ਇਨਕਾਰ ਨਹੀਂ ਕਰਾਂਗੇ। ਔਰ ਵਿਚਾਰ ਗੁਰ ਕਹਿਓ ਬਨਾਈ, ਤੋ ਪਰ ਸਾੜ ਸਤੀ ਨਹੀਂ ਆਈ। ਤੇ ਸਤਿਗੁਰੂ ਮਹਾਰਾਜ ਜੀ ਨੇ ਇਹ ਬਚਨ ਤੇ ਜ਼ਰੂਰ ਕਹੇ। ਮਹਾਰਾਜ ਜੀ ਕਹਿਣ ਲੱਗੇ ਜਹਾਂਗੀਰ ਬਾਦਸ਼ਾਹ ਨੂੰ, ਤੁਹਾਡੇ ਉੱਤੇ ਕੋਈ ਸਾੜ ਸਤੀ ਨਹੀਂ ਆਈ ਹੈ। ਆਈ ਵੀ ਜ਼ਰੂਰ ਹੈ, ਤੁਹਾਡੇ ਤੇ ਨਹੀਂ ਆਈ ਹੈ। ਨਹੀਂ ਕਸ਼ਟ ਕੁਛ ਆਵਹਿ ਨੇੜੇ, ਸ਼੍ਰੇ ਅਹੈ ਤੇਰੀ ਹਮਹੇਰੇ। ਮਹਾਰਾਜ ਕਹਿੰਦੇ ਤੁਹਾਡੇ ਤੇ ਕੋਈ ਸਾੜ ਸਤੀ ਨਹੀਂ, ਕੋਈ ਕਸ਼ਟ ਨਹੀਂ ਹੈ। ਕਿਸੇ ਵੀ ਤਰ੍ਹਾਂ ਦਾ ਦੁੱਖ ਤੁਹਾਡੇ ਨੇੜੇ, ਤੁਹਾਡੇ ਤੇ ਨਹੀਂ ਆਇਆ। ਸਭ ਕਲਿਆਣ ਮੰਗਲ ਹੈ, ਅਸੀਂ ਇਹ ਜਾਣਦੇ ਹਾਂ। ਜਿਸ ਪਰ ਸਾੜ ਸਤੀ ਅਬ ਆਈ, ਤਿਸ ਤੇ ਬਨਹਿ ਨ ਏਕ ਉਪਾਈ। ਪਰ ਜਿਹਦੇ ਉੱਤੇ ਸਾੜ ਸਤੀ ਆਈ ਹੈ, ਗੁਰੂ ਸਾਹਿਬ ਕਹਿੰਦੇ ਉਸ ਪਾਸੋਂ ਹੁਣ ਇੱਕ ਵੀ ਉਪਾਅ ਨਹੀਂ ਹੋਣਾ। ਜਿਹਦੇ ਤੇ ਸਾੜ ਸਤੀ ਆਈ ਹੈ ਉਹਦੇ ਤੋਂ ਉਪਾਅ ਨਹੀਂ ਹੋਣਾ। ਕਾਲ ਜਾਏ ਪਖ ਦੇਖਤ ਤੇਰੇ, ਮਰਹਿ ਕੁ ਮਿੱਤਰ ਪਾਪ ਫਲ ਪ੍ਰੇਰੇ। ਤੇ ਮਹਾਰਾਜ ਜੀ ਕਹਿੰਦੇ ਨੇ ਤੁਹਾਡੇ ਵੇਖਦਿਆਂ ਵੇਖਦਿਆਂ ਜਿਹਦੇ ਉੱਤੇ ਸਾੜ ਸਤੀ ਆਈ ਉਹਨੂੰ ਕਾਲ ਖਾ ਜਾਵੇਗਾ। ਪਾਪ ਫਲ ਦਾ ਪ੍ਰੇਰਿਆ ਹੋਇਆ ਉਹਨੇ ਆਪਣੀ ਮੌਤ ਨੂੰ ਆਪ ਬੁਲਾਵਾ ਦਿੱਤਾ ਹੈ। ਉਹਦੇ ਤੇ ਸਾੜ ਸਤੀ ਆਈ। ਇਸ਼ਾਰਾ ਕਿੱਥੇ ਸੀ? ਭਾਵ ਦੁਸ਼ਟ ਚੰਦੂ ਤੇ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਕਹਿਣ ਲੱਗੇ ਹਨ, ਹਮਰੇ ਪ੍ਰਵਿਸ਼ੇ ਦੁਰਗਮ ਜਾਰੇ, ਉਪਜਤ ਹੈ ਕਲਿਆਣ ਤੁਮਾਰੇ। ਜੇ ਸਾਡੇ ਕਿਲੇ ਵਿੱਚ ਜਾਣ ਦੇ ਨਾਲ
ਬਾਦਸ਼ਾਹ ਨੂੰ ਕਹਿ ਰਹੇ ਨੇ ਵੀ ਤੁਹਾਡਾ ਭਲਾ ਹੁੰਦਾ ਹੈ ਤੋ ਹਮ ਜਾਹੇ ਜਾਪ ਕੋ ਕਰੇ ਸਭ ਸੰਕਟ ਤੇਰੇ ਪਰ ਹਰੈ। ਤਾਂ ਅਸੀਂ ਕਿਲੇ ਵਿੱਚ ਜਾ ਕੇ ਜਾਪ ਜ਼ਰੂਰ ਕਰਾਂਗੇ। ਇੱਥੇ ਇੱਕ ਛੋਟੀ ਜੀ ਬੇਨਤੀ ਹੈ ਜੋ ਪਿਆਰ ਦੇ ਨਾਲ ਸਮਝਣੀ। ਕੁਝ ਵਿਦਵਾਨਾਂ ਨੇ ਐਸਾ ਕਿਹਾ ਹੈ ਕਿ ਗੁਰੂ ਮਹਾਰਾਜ ਜੀਆਂ ਤੇ ਕਈ ਦੋਸ਼ ਆਇਦ ਕਰਕੇ ਉਹਨਾਂ ਨੂੰ ਜ਼ਬਰਦਸਤੀ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਕਈ ਵਿਦਵਾਨਾਂ ਨੇ ਐਸਾ ਕਿਹਾ ਹੈ, ਪਰ ਇੱਥੇ ਕਵੀ ਸੰਤੋਖ ਸਿੰਘ ਜੀ ਜਾਂ ਹੋਰ ਕੁਝ ਵਿਦਵਾਨ ਕਹਿੰਦੇ ਨੇ ਵੀ ਸਤਿਗੁਰੂ ਮਹਾਰਾਜ ਜੀ ਉਹ ਬਾਦਸ਼ਾਹ ਦੀ ਬੇਨਤੀ ਤੇ ਆਪਣੀ ਮੌਜ ਨਾਲ ਗਏ। ਬਹੁਤਾ ਟੁਕਮਾ ਇਹੀ ਬਣਦਾ ਹੈ ਕਿ ਸਤਿਗੁਰੂ ਆਪਣੀ ਮੌਜ ਦੇ ਨਾਲ ਕਿਲੇ 'ਚ ਗਏ ਨੇ। ਜੇ ਕੁਝ ਵਿਦਵਾਨਾਂ ਦੀ ਆਪਾਂ ਗੱਲ ਮੰਨੀਏ ਵੀ ਜ਼ਬਰਦਸਤੀ ਪਾਤਸ਼ਾਹ ਜੀ ਤੇ ਦੋਸ਼ ਲਾ ਕਰਕੇ ਉਹਨਾਂ ਨੂੰ ਉੱਥੇ ਨਜ਼ਰਬੰਦ ਕੀਤਾ ਗਿਆ ਸੀ, ਤੇ ਸੱਚ ਜਾਣਨਾ ਜਦੋਂ ਮੀਰੀ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕਰ ਲਈਆਂ ਸਨ, ਫਿਰ ਜੰਗ ਯੁੱਧ ਹੁੰਦਾ ਗੱਲ ਇੱਕ ਪਾਸੇ ਤੇ ਹੋ ਸਕਦੀ ਸੀ। ਜ਼ਬਰਦਸਤੀ ਕੋਈ ਲਿਆ ਕੇ ਅੰਮ੍ਰਿਤਸਰ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਨਹੀਂ ਸੀ ਕਰ ਸਕਦਾ। ਜਦ ਤੱਕ ਚਲੋ ਪਹਿਲੇ ਪਾਤਸ਼ਾਹੀਆਂ ਨੇ ਸ਼ਸਤਰ ਨਹੀਂ ਚੁੱਕੇ ਤੇ ਨਹੀਂ ਚੁੱਕੇ, ਤੇ ਜੇ 6ਵੇਂ ਪਾਤਸ਼ਾਹ ਜੀ ਨੇ ਸ਼ਸਤਰ ਚੁੱਕ ਲਏ ਨੇ, ਵੱਡਾ ਤਖਤ ਬਣਾ ਲਿਆ ਏ, ਤੇ ਫਿਰ ਇਹ ਤੇ ਖਾਬੋ ਖਿਆਲ ਵਿੱਚ ਵੀ ਨਹੀਂ ਸੋਚਿਆ ਜਾ ਸਕਦਾ ਕੋਈ ਸਤਿਗੁਰੂ ਨੂੰ ਤਖਤ ਤੋਂ ਲਿਆ ਕੇ ਗਵਾਲੀਅਰ ਜ਼ਬਰਦਸਤੀ ਨਜ਼ਰਬੰਦ ਕਰ ਦੇਵੇ। ਗੁਰੂ ਸਾਹਿਬ ਜੀ ਆਪਣੀ ਮੌਜ ਦੇ ਨਾਲ ਵਿਚਰੇ ਔਰ ਆਪਣੀ ਮੌਜ ਦੇ ਨਾਲ ਗਏ ਨੇ। ਆਪਾਂ ਵਾਰ-ਵਾਰ ਬੇਨਤੀ ਕਰ ਰਹੇ ਹਾਂ, ਇੱਕ ਤੇ ਚੰਦੂ ਚੰਦਰੇ ਦੇ ਪਾਪਾਂ ਦਾ ਘੜਾ ਭਰ ਗਿਆ ਸੀ, ਉਹਦਾ ਹਿਸਾਬ ਹੋਣਾ ਸੀ। ਦੂਸਰਾ, ਉਹਨਾਂ 52 ਕੈਦੀ ਰਾਜਿਆਂ ਦਾ ਕੋਈ ਪਿਛਲਾ ਕਰਮ ਫਲ ਪ੍ਰਗਟ ਹੋ ਗਿਆ ਸੀ, ਜਿਨ੍ਹਾਂ ਦੇ ਬਚਨ ਦੀ ਉਸ ਕਿਲੇ 'ਚੋਂ ਜਿਉਂਦੇ ਵਾਪਸ ਆਉਣ ਦੀ ਕੋਈ ਆਸ ਨਹੀਂ ਸੀ। ਸੋ ਇਹ ਗੱਲ ਨੂੰ ਨਹੀਂ ਮੰਨਿਆ ਜਾ ਸਕਦਾ ਵੀ ਕੋਈ ਜ਼ਬਰਦਸਤੀ ਮਹਾਰਾਜ ਜੀ ਨੂੰ ਉੱਥੇ ਜਾ ਕੇ ਨਜ਼ਰਬੰਦ ਕਰੇ। 4 ਜੰਗਾਂ ਲੜੀਆਂ ਨੇ, 4ਾਂ ਵਿੱਚ ਹੀ ਸਤਿਗੁਰੂ ਜੀ ਦੀ ਫਤਿਹ ਹੋਈ ਹੈ, ਜਿੱਤ ਪ੍ਰਾਪਤ ਕੀਤੀ ਹੈ। 14 ਜੰਗਾਂ 10ਵੇਂ ਜਾਮੇ 'ਚ ਲੜੀਆਂ ਨੇ, 14 ਵਿੱਚ ਹੀ ਜਿੱਤ ਪ੍ਰਾਪਤ ਕੀਤੀ ਹੈ। ਸਤਿਗੁਰੂ ਨੂੰ ਹਰਾਉਣ ਵਾਲਾ ਜਾਂ ਜ਼ਬਰਦਸਤੀ ਕੋਈ ਗ੍ਰਿਫਤਾਰ ਕਰਨ ਵਾਲਾ ਕਿਹੜਾ ਜੰਮਿਆ ਹੈ? ਸੋ ਰਹੋ ਵਿਚਾਰ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਮੌਜ ਦੇ ਨਾਲ ਗਏ ਨੇ। ਮਹਾਰਾਜ ਜੀ ਕਹਿਣ ਲੱਗੇ, ਜੇ ਤੁਹਾਡਾ ਕਲਿਆਣ ਹੁੰਦਾ ਹੈ ਸਾਡੇ ਜਾਪ ਕਰਨ ਦੇ ਨਾਲ ਤੇ ਅਸੀਂ ਜ਼ਰੂਰ ਜਾਵਾਂਗੇ। ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚ ਜਾਣ ਦੇ ਲਈ ਤਿਆਰ ਹੋ ਗਏ ਹਨ ਜੀ। ਸੁਣਤ ਸ਼ਾਹੋ ਹਰਖਿਓ ਮਨ ਮਾਹੂ, ਸਾੜ ਸਤੀ ਬਲ ਹੋਏ ਬਿਨਾਹੂ। ਇਹ ਸੁਣ ਕੇ ਬਾਦਸ਼ਾਹ ਬੜਾ ਪ੍ਰਸੰਨ ਹੋਇਆ। ਪ੍ਰਸੰਨ ਹੋਏ ਬਾਦਸ਼ਾਹ ਨੇ ਵਾਰ-ਵਾਰ ਗੁਰੂ ਹਰਗੋਬਿੰਦ ਸਾਹਿਬ ਜੀਆਂ ਦਾ ਸ਼ੁਕਰਾਨਾ ਕੀਤਾ ਹੈ ਜੀ। ਖਾਨ ਪਾਨ ਕਰ ਨਿਸਾ ਬਿਤਾਈ, ਭਾਈ ਭੋਰ ਗਮਨੇ ਗੋਸਾਈ। ਇਸ ਤਰ੍ਹਾਂ ਫਿਰ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਉਹ ਰਾਤ ਬਤੀਤ ਕੀਤੀ ਹੈ ਅਤੇ ਸਵੇਰ ਹੋਣ ਤੇ ਮਾਲਕ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਪ੍ਰਕਾਰ ਗਵਾਲੀਅਰ ਦੇ ਕਿਲੇ ਨੂੰ ਚੱਲ ਪਏ ਹਨ। 5 ਸਿੱਖ ਲੈ ਸੰਗ ਪਿਆਨੇ, ਪਹੁੰਚੇ ਜਾਏ ਗਵਾਲੀਅਰ ਥਾਨੇ। ਤੇ ਕਹਿੰਦੇ ਨੇ 5 ਸਿੱਖਾਂ ਨੂੰ ਗੁਰੂ ਪਾਤਸ਼ਾਹ ਜੀਆਂ ਨੇ ਨਾਲ ਲੈ ਆਏ ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਾਲੀ ਥਾਂ ਤੇ ਪਹੁੰਚੇ ਹਨ ਜੀ। ਦੁਰਗਪਤੀ ਆਖੇ ਹਰਦਾਸ, ਸਿਮਰਤ ਸਦਾ ਸੋਹਿਤ ਗੁਰ ਪਾਸ। ਤੇ ਇੱਥੇ ਇੱਕ ਹੋਰ ਵੱਡੇ ਭਾਗਾਂ ਵਾਲਾ ਉਸ ਕਿਲੇ ਦਾ ਜਿਹੜਾ ਕਿਲੇ ਦਾ ਹਾਕਮ ਸੀ, ਨਾਮ ਸੀ ਹਰਦਾਸ ਜੀ। ਉਹ ਵੀ ਵੱਡੇ ਭਾਗਾਂ ਵਾਲਾ, ਕਿਉਂਕਿ ਉਹ ਸਤਿਗੁਰੂ ਦੇ ਚਰਨਾਂ ਦਾ ਪਿਆਰਾ ਸੀ। ਉਹ ਬੜੇ ਵਾਰ ਮਹਾਰਾਜ ਜੀਆਂ ਦੇ ਦਰਸ਼ਨਾਂ ਦੀ ਤਾਂਘ ਮਨ ਵਿੱਚ ਪੈਦਾ ਕਰਦਾ ਸੀ ਤੇ ਉਹਦੀਆਂ ਵੀ ਅਰਦਾਸਾਂ ਬੇਨਤੀਆਂ ਪੂਰੀਆਂ ਹੋ ਰਹੀਆਂ ਨੇ।
ਉਹ ਹਰ ਹੀਲੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਸੀ। ਕਿਮ ਦਰਸ਼ਨ ਮੈਂ ਚਲ ਕਰ ਪਾਵੋ, ਨਹੀਂ ਦੁਰਗ ਕੋ ਸ਼ੋਰ ਸਦਾਵੋ। ਕਿਉਂਕਿ ਜਦੋਂ ਉਹਨੂੰ ਪਤਾ ਲੱਗਿਆ ਸੀ ਵੀ ਮਹਾਰਾਜ ਮਜਨੂ ਦੇ ਟਿੱਲੇ ਠਹਿਰੇ ਨੇ, ਉਹ ਜਾਣਾ ਚਾਹੁੰਦਾ ਸੀ, ਪਰ ਉਹਦੀ ਡਿਊਟੀ ਇੰਨੀ ਸਖਤ ਸੀ ਵੀ ਕਿਸੇ ਕੋਈ ਕੈਦੀ ਨੂੰ ਕੋਈ ਇੱਧਰ ਉੱਧਰ ਦੌੜ ਨਾ ਜਾਵੇ, ਕੋਈ ਹੋਰ ਗੱਲ ਨਾ ਹੋਵੇ। ਉਹਨੂੰ ਹਰ ਵੇਲੇ ਆਪਣੀ ਡਿਊਟੀ ਤੇ ਹਾਜ਼ਰ ਰਹਿਣਾ ਪੈਂਦਾ ਸੀ। ਇਸ ਲਈ ਉਹਦਾ ਕੋਈ ਸਬੱਬ ਨਹੀਂ ਸੀ ਬਣਿਆ ਕਿ ਉਹ ਅੱਗੋਂ ਜਾ ਕਰਕੇ ਆਪ ਸਤਿਗੁਰੂ ਜੀ ਦੇ ਦਰਸ਼ਨ ਕਰੇ। ਇਹ ਕੈਦ ਇਸਮੇ ਬਹੁ ਰਾਜੇ ਮੇਰੇ ਗਏ ਬਿਗੜ ਹੈ ਕਾਜੇ। ਕਿਉਂਕਿ ਹਰਦਾਸ ਸੋਚਦੇ ਸਨ ਵੀ ਜੇ ਮੈਂ ਚਲਿਆ ਗਿਆ, ਇੱਥੇ ਐਨੇ ਰਾਜੇ ਕੈਦ ਕੀਤੇ ਹੋਏ ਨੇ, ਕਾਜ ਵਿਗੜ ਜਾਵੇਗਾ। ਗਇਓ ਸ਼ਾਹ ਕੋ ਜਾ ਪਰਵਾਨਾ, ਕਰਤ ਪ੍ਰਤੀਖਿਆਨ ਹਰਖ ਮਹਾਨਾ। ਤੇ ਜਦੋਂ ਬਾਦਸ਼ਾਹ ਦਾ ਪਰਵਾਨਾ ਉਹਨੂੰ ਮਿਲਿਆ, ਉਥੋਂ ਦੇ ਹਾਕਮ ਹਰਦਾਸ ਜੀ ਨੂੰ, ਗਵਾਲੀਅਰ ਦਾ ਜੇਲ੍ਹ ਦਾ ਉਸ ਕਿਲੇ ਦਾ ਹਾਕਮ, ਉਹ ਬੜਾ ਹੀ ਪ੍ਰਸੰਨ ਹੋਇਆ ਕਿ ਸੱਚੇ ਪਾਤਸ਼ਾਹ ਇੱਥੇ ਆ ਰਹੇ ਨੇ। ਉਹ ਬਹੁਤ ਜ਼ਿਆਦਾ ਨਿਹਾਲ ਹੋ ਉੱਠਿਆ, ਹੱਥ ਜੋੜ ਕੇ ਵਾਰ-ਵਾਰ ਛੇਵੇਂ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦਾ ਰਿਹਾ। ਬੰਦਨ ਕੀਨ ਭਾਉ ਬੜ ਧਾਰਾ, ਲੇਕਰ ਸੰਗ ਸੁਦੁਰਗ ਮਜਾਰਾ। ਤੇ ਫਿਰ ਸਤਿਗੁਰੂ ਮਹਾਰਾਜ ਜੀ ਦਾ ਇੰਤਜ਼ਾਰ ਕਰਦਾ ਰਿਹਾ। ਜਿਸ ਵੇਲੇ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ ਨੇ ਤੇ ਉਹ ਹਾਕਮ ਹਰਦਾਸ ਅੱਗੋਂ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹੈ। ਵਾਰੇ ਵਾਰੇ ਜਾਂਦਾ ਹੋਇਆ ਸੱਚੇ ਪਾਤਸ਼ਾਹ ਜੀ ਤੋਂ ਬਲਿਹਾਰ ਜਾਂਦਾ ਹੋਇਆ, ਬੜੇ ਪ੍ਰੇਮ ਦੇ ਨਾਲ ਗੁਰੂ ਜੀ ਨੂੰ ਲੈ ਕਰਕੇ ਕਿਲੇ ਅੰਦਰ ਗਿਆ ਹੈ ਜੀ। ਪ੍ਰਵਿਸ਼ਿਓ ਆਸੋ ਥਲ ਜਹ ਹੇੜਾ, ਜਾਏ ਕਰਾਇਓ ਸਤਿਗੁਰ ਡੇਰਾ। ਤੇ ਜਿੱਥੇ ਚੰਗਾ ਸੁੰਦਰ ਸਥਾਨ ਵੇਖਿਆ ਕਿਲੇ ਦੇ ਅੰਦਰ, ਉੱਥੇ ਮਹਾਰਾਜ ਜੀਆਂ ਦਾ ਪ੍ਰਵੇਸ਼ ਕਰਵਾ ਦਿੱਤਾ, ਸਤਿਗੁਰੂ ਜੀ ਦਾ ਡੇਰਾ ਲਵਾ ਦਿੱਤਾ ਹੈ। ਇੱਕ ਸੁੰਦਰ ਪਰਯੰਕ ਡਸਾਇਓ, ਆਸਤਰਨ ਸੋ ਨੀਕੇ ਛਾਇਓ। ਸੋ ਇੱਕ ਸੁੰਦਰ ਪਲੰਘ ਢਹਾਇਆ ਗਿਆ ਗੁਰੂ ਸਾਹਿਬ ਜੀਆਂ ਦੇ ਲਈ, ਉਹਦੇ ਤੇ ਸੁੰਦਰ ਬਿਸਤਰਾ ਵਿਛਾਇਆ ਗਿਆ ਹੈ। ਤਿਸ ਪਰ ਬਿੰਤੀ ਭਾਖ ਬਿਠਾਏ, ਬੈਠ ਤਰੇ ਮਨ ਬਾਂਛਤ ਪਾਏ। ਤੇ ਹੱਥ ਜੋੜ ਕੇ ਬੇਨਤੀ ਕਰਦੇ ਹੋਏ ਹਰਦਾਸ ਜੀ ਨੇ ਸਤਿਗੁਰੂ ਜੀ ਨੇ ਉਸ ਪਲੰਘ ਤੇ ਬਿਠਾਇਆ ਹੈ, ਔਰ ਫਿਰ ਬੜੇ ਪਿਆਰ ਦੇ ਨਾਲ ਆਪ ਸਾਹਮਣੇ ਥੱਲੇ ਬੈਠ ਕਰਕੇ ਮਨ ਇੱਛਤ ਫਲ ਪਾਏ ਨੇ, ਭਾਵ ਰੱਜ ਰੱਜ ਕੇ ਦੀਦਾਰ ਕੀਤੇ ਨੇ। ਕਹਿਤ ਭਇਓ ਸੁਨ ਸੁਜਸ ਤੁਮਾਰਾ, ਕਹਿਤ ਰਹਿਓ ਮੈਂ ਦਰਸ ਉਦਾਰਾ। ਤੇ ਕਹਿਣ ਲੱਗਾ ਪਾਤਸ਼ਾਹ ਜੀ, ਮੈਂ ਤੁਹਾਡਾ ਸ੍ਰੇਸ਼ਟ ਜਸ ਸੁਨਿਆ, ਮੈਂ ਵੀ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਸਾਂ। ਘਟ ਘਟ ਕੀ ਤੁਮ ਜਾਣਨ ਹਾਰੇ, ਆਨ ਦਿਓ ਦਰਸ਼ਨ ਇਸ ਬਾਰੇ। ਤੇ ਤੁਸੀਂ ਅੰਤਰਜਾਮੀ ਹਰ ਇੱਕ ਦੇ ਦਿਲ ਦੀ ਜਾਣਦੇ ਹੋ, ਇੱਥੇ ਆ ਕੇ ਤੁਸੀਂ ਮੈਨੂੰ ਦਰਸ਼ਨ ਦਿੱਤੇ ਹਨ ਜੀ। ਕਰਿਓ ਨਿਹਾਲ ਮੋਹੇ ਕੋ ਆਛੇ, ਦੇਤ ਮਨੋਰਥ ਦਾਸ ਜੋ ਬਾਂਛੇ। ਸੋ ਪਾਤਸ਼ਾਹ, ਮੈਂ ਚੰਗੀ ਤਰ੍ਹਾਂ ਜਾਣ ਗਿਆ ਹਾਂ, ਤੁਸੀਂ ਆਪਣੇ ਦਾਸਰਿਆਂ ਦੇ ਮਨਾਂ ਦੀਆਂ ਜਾਣਦੇ ਹੋਏ ਸਭ ਦੀਆਂ ਅਰਦਾਸਾਂ ਬੇਨਤੀਆਂ ਪੂਰਨ ਕਰਦੇ ਹੋ ਜੀ। ਸੁਨਤ ਹਰਖ ਕਰ ਕੈ ਉਰਦਾਸ, ਵਸਤੂ ਜੋ ਚਾਹਿਤ ਪਠੀ ਸੋ ਪਾਸ। ਸੋ ਇਸ ਤਰ੍ਹਾਂ ਹਰਦਾਸ ਜੀ ਨੇ ਸਤਿਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ ਕੀਤੇ ਨੇ, ਵਾਰਤਾਲਾਪ ਹੋਈ ਹੈ। ਉਹਦੇ ਤੋਂ ਬਾਅਦ ਜੋ ਵੀ ਵਸਤੂਆਂ ਸੱਚੇ ਪਾਤਸ਼ਾਹ ਜੀ ਨੂੰ ਚਾਹੀਦੀਆਂ ਸਨ, ਉੱਥੇ ਜੋ ਵੀ ਲੋੜੀਂਦੀਆਂ ਵਸਤੂਆਂ ਸਨ, ਉਹ ਸਾਰੀਆਂ ਤੁਰੰਤ ਭੇਜ ਦਿੱਤੀਆਂ ਹਨ। ਕੈਦ ਵਿਖੇ ਮਹੀਪਾਲ ਬਿਸਾਲਾ, ਉਮਰ ਕੈਦ ਜਿਨ ਕੀ ਸਭ ਕਾਲਾ। ਤੇ ਬਹੁਤ ਰਾਜੇ ਉੱਥੇ ਕੈਦ ਕੀਤੇ ਹੋਏ ਸਨ, ਇਹ 52 ਰਾਜੇ, ਉਹਨਾਂ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੋਈ ਸੀ। ਕਬਹੂ ਨਾ ਛੋੜਨ ਜਿਨ ਕੋ ਹੋਏ, ਤਿਸੀ ਦੁਰਗ ਮਹਿ ਗੇਰਤ ਸੋਏ। ਤੇ ਜਿਨ੍ਹਾਂ ਦਾ ਕਦੀ ਵੀ ਉਹਨਾਂ ਰਾਜਿਆਂ ਦਾ ਛੁਟਕਾਰਾ ਨਹੀਂ ਸੀ ਹੋ ਸਕਦਾ,
ਉਸ ਕਿਲੇ ਵਿੱਚੋਂ ਉਹ ਕਦੇ ਵੀ ਬਾਹਰ ਨਹੀਂ ਸਨ ਨਿਕਲ ਸਕਦੇ। ਸੁਣੀ ਸਭਨ ਸਤਿਗੁਰ ਇਤ ਆਏ, ਭਏ ਆਨੰਦ ਮਨਹੁ ਛੁਟਕਾਏ। ਤੇ ਕਹਿੰਦੇ ਜਦੋਂ ਉਹਨਾਂ ਨੇ ਸੁਣਿਆ ਵੀ ਇਸ ਕਿਲੇ ਵਿੱਚ 6ਵੇਂ ਪਾਤਸ਼ਾਹ ਜੀ ਆਏ ਨੇ, ਉਹਨਾਂ ਰਾਜਿਆਂ ਨੂੰ ਇੰਜ ਪ੍ਰਤੀਤ ਹੋਇਆ ਮਾਨੋ ਕੋਈ ਜਨਮਾਂ ਜਨਮਾਂ ਦਾ ਪਿਆਸਾ ਹੋਵੇ, ਉਹਨੂੰ ਪਾਣੀ ਮਿਲ ਜਾਵੇ। ਮਾਨੋ ਕੋਈ ਪਿਆਸ ਦੇ ਨਾਲ ਮਰ ਰਿਹਾ ਹੋਵੇ, ਉਹਨੂੰ ਪਾਣੀ ਮਿਲ ਜਾਵੇ। ਕੋਈ ਡੁੱਬ ਰਿਹਾ ਹੋਵੇ, ਉਹਨੂੰ ਸਹਾਰਾ ਮਿਲ ਜਾਵੇ। ਮਾਨੋ ਇੱਕ ਨਵੀਂ ਜਾਨ ਉਹਨਾਂ ਵਿੱਚ ਆ ਗਈ। ਸਤਿਗੁਰੂ ਮਹਾਰਾਜ ਜੀ ਦੀ ਦਿਆਲਤਾ, ਗੁਰੂ ਨਾਨਕ ਦੇ ਘਰ ਦੇ ਪਰ ਉਪਕਾਰ ਬਹੁਤੇ ਰਾਜਿਆਂ ਨੂੰ ਪਤਾ ਸਨ। ਸੋ ਸਾਰੇ ਰਾਜਿਆਂ ਨੂੰ ਅਤਿਅੰਤ ਖੁਸ਼ੀ ਹੋਈ ਹੈ, ਸਾਰੇ ਬੜੇ ਪ੍ਰਸੰਨ ਹੋਏ ਹਨ ਜੀ। ਕਰ ਜੋਰੇ ਸਭ ਹੀ ਤਹ ਆਏ, ਗੁਰ ਕੋ ਦਰਸ਼ ਕੀਨ ਸੁਖ ਪਾਏ। ਤੇ ਗੁਰੂ ਜੀ ਪਾਸ ਆ ਕੇ ਸਾਰਿਆਂ ਨੇ ਹੱਥ ਜੋੜੇ ਨੇ। ਗੁਰੂ ਜੀ ਦੇ ਦਰਸ਼ਨ ਕਰਕੇ ਸਾਰਿਆਂ ਨੇ ਬੜਾ ਸੁਖ ਪਾਇਆ ਹੈ। ਸਭ ਕੇ ਉਪਰ ਬਸਤਰ ਮਲੀਨ, ਤਨ ਤੇ ਦੁਰਬਲ ਚਿੰਤਾ ਪੀਨ। ਸਾਰਿਆਂ ਦੇ ਕੱਪੜੇ ਬੜੇ ਮੈਲੇ ਸਨ, ਉਹਨਾਂ ਕੈਦੀ ਰਾਜਿਆਂ ਦੇ। ਸਰੀਰ ਉਹਨਾਂ ਦੇ ਸਾਰਿਆਂ ਦੇ ਨਿਰਬਲ ਹੋ ਚੁੱਕੇ ਸਨ, ਦੁਬਲੇ ਪਤਲੇ ਕਮਜ਼ੋਰ ਸਨ। ਤੇ ਕਵੀ ਜੀ ਕਹਿੰਦੇ ਨੇ ਚਿੰਤਾ ਵਿੱਚ ਗਰਸੇ ਹੋਏ ਸਨ ਸਾਰੇ, ਕਈ ਵਿੱਚੋਂ ਮੌਤ ਦੀ ਉਡੀਕ ਵਿੱਚ ਸਨ। ਪਰ ਹੁਣ ਸਤਿਗੁਰੂ ਮਹਾਰਾਜ ਜੀ ਦੇ ਦੀਦਾਰ ਕਰਕੇ ਉਹਨਾਂ ਦੇ ਹੌਸਲੇ ਵੱਧ ਗਏ ਹਨ। ਕੇਸ਼ ਸਮਸਮਹਿ ਜੂਕ ਕਨੇਰੀ, ਪਾਇਨ ਪਰੀ ਪੀ ਨਹੀਂ ਬੇਰੀ। ਵਾਲਾਂ ਵਿੱਚ ਕਈਆਂ ਦੇ ਜੂਆਂ ਪਈਆਂ ਹੋਈਆਂ ਸੀ, ਪੈਰਾਂ ਵਿੱਚ ਵੱਡੀਆਂ ਵੱਡੀਆਂ ਬੇੜੀਆਂ ਉਹਨਾਂ ਕੈਦੀ ਰਾਜਿਆਂ ਦੇ ਪਾਈਆਂ ਸਨ। ਜੀਰਨ ਪਟ ਤਨ ਧਾਰਨ ਕਰੇ, ਮੁਕਤ ਹੋਣ ਕੀ ਆਸ ਨਾ ਧਰੇ। ਫਟੇ ਪੁਰਾਣੇ ਹੋਏ ਕੱਪੜੇ ਤਨ ਤੇ ਧਾਰਨ ਕੀਤੇ, ਜਿਨ੍ਹਾਂ ਨੂੰ ਆਜ਼ਾਦ ਹੋਣ ਦੀ, ਉਸ ਕਿਲੇ ਵਿੱਚੋਂ ਬਾਹਰ ਨਿਕਲ ਜਾਣ ਦੀ ਕੋਈ ਆਸ ਨਹੀਂ ਸੀ। ਬਿਸਰੇ ਪਰਵਾਰਨ ਅਰ ਦੇਸ, ਨਿਸ ਦਿਨ ਜਿਨਹੁ ਕਲੇਸ਼ ਵਿਸ਼ੇਸ਼। ਪਰਿਵਾਰ ਅਤੇ ਦੇਸ਼ ਨਾਲੋਂ ਵਿਛੜੇ ਹੋਏ ਉਹ ਰਾਜੇ ਹਰ ਰੋਜ਼ ਕਲੇਸ਼ ਦੇ ਵਿੱਚ ਉਸ ਕਿਲੇ ਦੇ ਵਿੱਚ ਅੰਤਾਂ ਦਾ ਦੁੱਖ ਭੋਗ ਰਹੇ ਸਨ। ਜਰਾ ਸਿੰਧ ਜਿਮ ਰਾਜੇ ਗਏ, ਦੇਖ ਕ੍ਰਿਸ਼ਨ ਕੋ ਆਨੰਦ ਲਹੇ। ਸੋ ਇਸ ਪ੍ਰਕਾਰ ਜਿਵੇਂ ਜਰਾ ਸਿੰਧ ਵਰਗੇ ਰਾਜੇ ਫੜੇ ਸਨ ਤੇ ਉਹ ਕ੍ਰਿਸ਼ਨ ਜੀ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ ਸਨ। ਰਹੋ ਵਿਚਾਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਵੱਡੀ ਵਡਿਆਈ ਜਾਣਦੇ ਨੇ ਇਹ ਰਾਜੇ। ਸਤਿਗੁਰੂ ਮਹਾਰਾਜ ਜੀ ਨੂੰ ਦੇਖ ਕਰਕੇ ਸਾਰੇ ਹੀ ਬਹੁਤ ਪ੍ਰਸੰਨ ਹੋਏ ਹਨ। ਰਹਿਣ ਲਗੇ ਪੁਨ ਦੁਰਗ ਮਝਾਰੇ, ਸਭ ਕੈਦਨ ਕੋ ਦੇਤ ਆਹਾਰੇ। ਤੇ ਪਹਿਲਾਂ ਤੇ ਬੜਾ ਹੀ ਰੁੱਖਾ ਮਿੱਸਾ ਔਰ ਬੇਢੰਗ ਦਾ ਭੋਜਨ ਉਹਨਾਂ ਰਾਜਿਆਂ ਨੂੰ ਮਿਲਦਾ ਸੀ। ਪੇਟ ਭਰ ਕੇ ਨਹੀਂ ਸੀ ਮਿਲਦਾ, ਜਿਹੜਾ ਮਿਲਦਾ ਵੀ ਸੀ ਉਹ ਐਦਾਂ ਦਾ ਹੁੰਦਾ ਸੀ ਕਿ ਆਮ ਮਨੁੱਖ ਉਸ ਭੋਜਨ ਨੂੰ ਖਾਣ ਦੀ ਬਜਾਏ ਭੁੱਖਾ ਰਹਿਣਾ ਪਸੰਦ ਕਰੇ। ਪਰ ਸਤਿਗੁਰੂ ਪਾਤਸ਼ਾਹ ਜੀ ਗਏ ਨੇ ਉਸ ਕਿਲੇ 'ਚ, ਉਹਨਾਂ ਦੇ ਹੁਕਮ ਦੇ ਨਾਲ ਉਹਨਾਂ ਰਾਜਿਆਂ ਨੂੰ, ਕੈਦੀਆਂ ਨੂੰ ਸਵੱਛ ਸਾਫ਼ ਸੁਥਰਾ ਭੋਜਨ ਮਿਲਣਾ ਸ਼ੁਰੂ ਹੋ ਗਿਆ। ਗੁਰੂ ਪਾਤਸ਼ਾਹ ਜੀ ਦੀ ਆਗਿਆ ਦੇ ਨਾਲ ਉਹਨਾਂ ਨੂੰ ਕਿਲੇ ਵਿੱਚ ਹਰ ਤਰ੍ਹਾਂ ਦਾ ਭੋਜਨ ਮਿਲਣ ਲੱਗ ਪਿਆ ਜੀ। ਪਾਤਸ਼ਾਹੋ ਤੇ ਧਨ ਬਹੋਆਵੇ, ਪੁਨ ਹਰਦਾਸ ਰਸਦ ਪਹੁੰਚਾਵੇ। ਬਾਦਸ਼ਾਹ ਦੇ ਪਾਸੋਂ ਫਿਰ ਬਹੁਤ ਧਨ ਆਉਣ ਲੱਗ ਪਿਆ ਸਤਿਗੁਰੂ ਜੀ ਦੀ ਸੇਵਾ ਵਿੱਚ, ਤੇ ਉਹ ਫਿਰ ਸਾਰੀ ਰਸਦ ਹਰਦਾਸ ਜੀ ਪਹੁੰਚਾਉਣ ਲੱਗ ਪਏ। ਬਨਹਿ ਤਿਹਾਵਲ ਨਿਤ ਸਮਦਾਏ, ਜੇਤੇ ਦੁਰਗ ਮਹਿ ਸਗਰੇ ਖਾਏ। ਤੇ ਹਰ ਰੋਜ਼ ਜੋ ਗੁਰੂ ਨਾਨਕ ਦੇ ਘਰ ਦੀ ਵੱਡੀ ਮਰਿਆਦਾ ਹੈ, ਸਤਸੰਗ ਹੋਣ ਲੱਗਾ ਅਤੇ ਕੜਾਹ ਪ੍ਰਸ਼ਾਦ ਤਿਆਰ ਹੋਣ ਲੱਗਾ। ਕੜਾਹ ਪ੍ਰਸ਼ਾਦ ਤਿਆਰ ਹੁੰਦਾ ਸੀ। ਫਿਰ ਕਿਲੇ ਵਿੱਚ ਜਿੰਨੇ ਵੀ ਕੈਦੀ ਰਾਜੇ ਜਾਂ ਹੋਰ ਅਹਿਲਕਾਰ, ਜਿੰਨੇ ਵੀ ਵਿਅਕਤੀ ਸਨ, ਸਾਰਿਆਂ ਨੂੰ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਸੀ। ਸੁਦਤ ਰਹਿਨ ਪਾਵੇ ਨਹਿ ਕੋਈ, ਸਵਾਦਲ ਅਸਨ ਦੇਤ ਬਹੁ ਹੋਈ। ਤੇ ਕਹਿੰਦੇ ਨੇ ਕੋਈ ਵੀ ਭੁੱਖਾ ਨਹੀਂ ਸੀ ਰਹਿੰਦਾ, ਸਾਰਿਆਂ ਨੂੰ ਕੜਾਹ ਪ੍ਰਸ਼ਾਦ ਅਤੇ ਸਵਾਦੀ ਭੋਜਨ ਮਿਲਣਾ ਸ਼ੁਰੂ ਹੋ ਗਿਆ।
ਮਾਨੋ ਕਿ ਇਦਾਂ ਦਾ ਮਾਹੌਲ ਬਣ ਗਿਆ ਕਿ ਉਹ ਜੇਲ੍ਹ ਨਹੀਂ, ਹੁਣ ਸਵਰਗ ਹੋ ਗਿਆ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਭਾਈ, ਗੁਰਮਤਿ ਪ੍ਰਚਾਰ ਹਿੱਤ ਸਾਡੇ ਸ਼ੇਰੇ ਪੰਜਾਬ ਗੁਰਬਾਣੀ ਚੈਨਲ ਤੇ ਇਹ ਲੜੀਵਾਰ ਕਥਾ ਦਾ ਪ੍ਰਸਾਰਨ ਦਿਖਾਇਆ ਜਾਂਦਾ ਹੈ। ਆਪ ਜੀ ਦੇਖ ਕੇ ਅੱਗੇ ਭੇਜ ਕੇ ਸਾਰੇ ਲਾਹੇ ਲਓ ਜੀ। ਭੁੱਲਾਂ ਚੁੱਕਾਂ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।